ਸਭ ਨੂੰ ਜੈਮਸੀ ਦੀ ਉਹ ਸੁਣਵਾ ਜੈਮਸੀ ਦੀ ਆਪਾਂ ਜੀ ਇਕਬਾਲ ਜੀ ਪਰਮੇਸ਼ਰ ਦਾ ਸ਼ੁਕਰ ਕਰਦੇ ਉਹ ਹਾਂ ਪ੍ਰੇਜ਼ ਦਾ ਲਾਰਡ ਜੀ। ਤੇ ਆਪਾਂ ਨੂੰ ਮੌਕਾ ਦਿੱਤਾ ਕਿ ਅਸੀਂ ਬੱਚਨ ਚੋਂ ਸਿੱਖ ਸਕੀਏ, ਬਾਈਬਲ ਚੋਂ ਸਿੱਖ ਸਕੀਏ। ਆਮੇਨ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਭਜਨ, ਜਬੂਰ, ਸਾਮਜ਼ ਆਮੇਨ 92, ਹਾਂਜੀ ਠੀਕ ਹੈ ਉਹਦੀਆਂ ਆਪਾਂ ਆਇਤਾਂ ਪੜ੍ਹਦੇ ਹਾਂ ਜੀ 12 ਤੋਂ 15। ਜੀ। ਹਾਂਜੀ ਸਾਮਜ਼ 92 ਹਾਂਜੀ 92 ਉਹਦੇ ਵਿੱਚ ਲਿਖਿਆ ਹੈ ਜੀ 92 92 ਦੀ 12 ਤੋਂ 15। ਜੀ ਜੀ ਭਲਾ ਮਨੁੱਖ ਖਜੂਰ ਦੇ ਰੁੱਖ ਵਾਂਗ ਫਲਿਆ ਰਹੇਗਾ ਅੱਛਾ ਜੀ ਵਾਹ ਵਾਹ ਅਤੇ ਲਬਾਨੋਨ ਦੇ ਦਿਆਰ ਵਾਂਗ ਵਧੇਗਾ। ਲਬਨਾਨ ਹਾਂਜੀ ਲਬਾਨੋਨ ਦੇ ਹਾਂ, ਦਿਆਰ ਵਾਂਗ ਵਧੇਗਾ। ਓਏ ਉਹ ਪ੍ਰਭੂ ਦੇ ਘਰ ਵਿੱਚ ਲੱਗੇ ਰੁੱਖ ਦੇ ਵਾਂਗ ਹਨ ਕੀ ਬਾਤ ਅਤੇ ਉਹ ਸਾਡੇ ਪਰਮੇਸ਼ਵਰ ਦੇ ਮੰਦਿਰ ਵਿੱਚ ਵੱਧਦੇ ਫੁੱਲਦੇ ਹਨ। ਹਾਲੇਲੂਇਆ ਉਹ ਬੁਢਾਪੇ ਵਿੱਚ ਵੀ ਫਲ ਦਿੰਦੇ ਹਨ ਆਮੇਨ ਅਤੇ ਸਦਾ ਸਰਦਾਰ ਅਤੇ ਹਰੇ ਭਰੇ ਰਹਿੰਦੇ ਹਨ। ਆਮੇਨ ਇਸ ਤੋਂ ਪ੍ਰਗਟ ਹੈ ਕਿ ਪ੍ਰਭੂ ਭਲਾ ਹੈ। ਉਹ ਮੇਰੇ ਬਚਾਓ ਦੀ ਚਟਾਨ ਹੈ ਆਮੇਨ ਅਤੇ ਉਸ ਵਿੱਚ ਕਿਸੇ ਤਰ੍ਹਾਂ ਦਾ ਭੈੜ ਨਹੀਂ ਹੈ। ਹਾਲੇਲੂਇਆ ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਭਲੇ ਪਰਮੇਸ਼ਵਰ ਹੋ। ਆਪ ਦੀ ਸਾਡੀ ਤੇ ਦਇਆ ਰਹਿਮ ਕਿਰਪਾ ਹਰ ਸਮੇਂ ਰਹਿੰਦੀ ਹੈ। ਉਸ ਦੇ ਲਈ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਆਪ ਦੇ ਮਿੱਠੇ ਪਿਆਰੇ ਵਚਨ ਦੇ ਲਈ ਸ਼ੁਕਰ ਕਰਦੇ ਹਾਂ। ਅੱਜ ਆਪ ਦੇ ਵਚਨ ਦੇ ਵਿੱਚੋਂ ਅਸੀਂ ਸਿੱਖਣ ਜਾ ਰਹੇ ਹਾਂ, ਬਾਈਬਲ ਸਟੱਡੀ ਕਰਨ ਜਾ ਰਹੇ ਹਾਂ। ਬ੍ਰਦਰ ਇਕਬਾਲ ਜੀ ਨੂੰ ਆਪਦੇ ਹੱਥਾਂ ਵਿੱਚ ਦਿੰਦੇ ਹਾਂ ਪਰਮੇਸ਼ਰ ਪਿਤਾ। ਜੋ ਕੁਛ ਵੀ ਬੋਲਿਆ ਜਾਵੇ, ਪੜ੍ਹਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਤੇ ਕੇਵਲ ਆਪ ਵੱਲੋਂ ਹੋਵੇ। ਪਵਿੱਤਰ ਆਤਮਾ ਜੀ ਆਪ ਵੱਲੋਂ ਹੋਵੇ। ਸਾਡੇ ਨਾਲ ਗੱਲਬਾਤ ਕਰੋ ਆਪਣੇ ਵਚਨ ਦੁਆਰਾ ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ। ਹਾਲੇਲੂਇਆ ਜੈਮਸੀ ਜੀ ਜੀ ਸਰ। ਹਾਂਜੀ ਆਪਾਂ ਜੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ ਜੀ ਦੀ ਬਾਈਬਲ ਸਟੱਡੀ ਕਰਨ ਲੱਗੇ ਹਾਂ ਜੀ। ਜੀ ਜੀ ਹਾਂਜੀ ਜੀ ਤੇ ਆਪਾਂ ਪਹੁੰਚ ਕੇ ਹੈਗੇ ਹਾਂ ਆਪਣੇ ਵਰਸ ਬਾਈ ਵਰਸ ਕਲੀ ਆਇਤ ਦੀ ਆਪਾਂ ਕਰ ਰਹੇ ਹਾਂ ਜੀ ਪਿਛਲੇ ਕੁਝ ਸਾਲਾਂ ਤੋਂ। ਹਾਲੇਲੂਇਆ ਤੇ ਆਪਾਂ ਹੁਣ ਪਹੁੰਚ ਗਏ ਹੈਗੇ ਹਾਂ ਜੀ। ਪਰਮੇਸ਼ਵਰ ਦਾ ਸ਼ੁਕਰ ਕਰਦੇ ਹਾਂ ਸਾਨੂੰ ਇਹ ਚਲਾ ਰਿਹਾ, ਤੋਰ ਰਿਹਾ। ਇਹ ਉਹਦਾ ਹੀ ਹਾਂਜੀ ਉਹਦੀ ਕਿਰਪਾ ਉਹਦਾ ਉਹਦੀ ਫਜ਼ਲ ਕਿਰਪਾ ਹੈ। ਹਾਂਜੀ ਜੀ ਜੀ ਤੇ ਅੱਜ ਆਪਾਂ 19ਵੇਂ ਚੈਪਟਰ 19ਵੇਂ ਬਾਤ ਕੀ ਕਹਿੰਦੇ ਹੁੰਦੇ ਜੀ ਬਾਬ ਜੀ ਤੱਕ ਪਹੁੰਚ ਗਏ ਆ। ਉਹ ਤੇ ਅਧਿਆਇ ਤੱਕ ਤੇ ਆਪਾਂ 2 ਆਇਤ ਕਰ ਲਈ ਸੀਗੀ ਜੀ। ਹਾਂਜੀ ਅੱਜ ਦ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ 19 ਦੀ 3 ਹਾਂ ਹੈ ਨਾ ਚੈਪਟਰ 19 ਵਰਸ 3 ਪੜ੍ਹੀ ਜਾਏਗੀ ਜੀ। ਉਹ ਆਪਾਂ ਪੜ੍ਹਦੇ ਜੋ ਚ ਲਿਖਿਆ ਹੈਗਾ ਤਾਂ 19 ਦੀ 3 ਦੇ ਵਿੱਚ ਲਿਖਿਆ ਹੈ ਉਹ ਇੱਕ ਵਾਰ ਫਿਰ ਬੋਲੇ ਹਾਲੇਲੂਇਆ। ਉਸ ਤੋਂ ਧੂਆਂ ਅਨੰਤ ਕਾਲ ਤੱਕ ਉੱਠਦਾ ਰਹੇਗਾ। ਹਾਲੇਲੂਇਆ ਹਾਂ ਇਹ ਨੇ ਪ੍ਰਭੂ ਦੇ ਵਚਨ ਤੇ ਪੜ੍ਹੇ ਜਾਣੇ ਤੇ ਉਹਦੀ ਬਰਕਤ ਹੋਵੇ। ਹਾਲੇਲੂਇਆ ਇੱਥੇ ਅਸੀਂ ਦੇਖ ਰਹੇ ਹਾਂ ਇਸ ਵਰਸ ਵਿੱਚ ਕਿ ਦੁਬਾਰਾ ਹਾਲੇਲੂਇਆ ਦਾ ਨਾਰਾ ਲੱਗਿਆ ਜਾਂ ਸੁਣਾਈ ਦਿੱਤਾ ਗਿਆ। ਪਰ ਇਸ ਦਫਾ ਉੱਚੀ ਆਵਾਜ਼ ਵਿੱਚ ਨਹੀਂ, ਬੁਲੰਦ ਆਵਾਜ਼ ਵਿੱਚ ਨਹੀਂ। ਜਦੋਂ ਕਿ ਪ੍ਰਕਾਸ਼ ਦੀ ਪੋਥੀ ਉਹਦੀ 19 ਦੀ ਪਹਿਲੇ ਦੇ ਵਿੱਚ ਤੇ ਜਾਂ ਮੁਕਾਸ਼ਵਾ ਉਹਦੀ ਪਹਿਲੇ 'ਚ ਉੱਚੀ ਆਵਾਜ਼ ਨਾਲ, ਬੁਲੰਦ ਆਵਾਜ਼ ਦੇ ਨਾਲ ਲੱਗਾ। ਹੁਣ ਜਿਹੜਾ ਧੂਆਂ ਇੱਥੇ ਉੱਠ ਰਿਹਾ ਹੈ ਹਾਂਜੀ ਇਹ ਸਾਨੂੰ ਐਕਚੁਅਲੀ ਪ੍ਰਕਾਸ਼ ਦੀ ਪੋਥੀ ਉਹਦੀ 14 ਦੀ 9 ਤੋਂ 11 ਦੇ ਵਿੱਚ ਵੀ ਸਾਨੂੰ ਦੱਸਿਆ ਗਿਆ ਸੀ। ਠੀਕ ਹੈ ਹਾਂਜੀ ਜੀ ਉਹ ਠੀਕ ਹੈ ਠੀਕ ਉਹ ਪੜ੍ਹਨਾ ਮੇਰੇ ਵੱਲੋਂ ਦੇਖ ਲਓ ਅਗਰ ਪੜ੍ਹਨਾ ਹੈ ਠੀਕ ਹੈ, ਨਹੀਂ ਤੇ ਥੋੜਾ ਅੱਗੇ ਚੱਲਦੇ ਜਾਂਦੇ। ਓਕੇ ਮਤਲਬ ਇਹ ਦੱਸਿਆ ਗਿਆ ਸੀ ਉੱਥੇ ਵੀ ਅਸੀਂ ਇਹ ਸੀ ਕਿ ਉਹਨੂੰ ਦੱਸਿਆ ਸੀ ਯਹੂਨਾ ਨੂੰ। ਤੇ ਜਿੱਥੇ ਅਸੀਂ ਵੇਖਿਆ ਕਿ ਜਿਹੜਾ ਬੀਸਟ ਹੈਗਾ ਯਿਸੂ ਦਾ ਵਿਰੋਧੀ ਹੈ, ਦੂਜਾ ਝੂਠਾ ਨਬੀ ਜਿਹੜਾ ਹੈ
ਤੇ ਉਹਦੇ ਮੰਨਣ ਵਾਲੇ ਤੇ ਜਿਨ੍ਹਾਂ ਨੇ ਉਹ ਸੀਲ ਉਹਦੀ ਲਈ ਸੀ ਜਾਂ ਮੋਹਰ ਲਈ ਸੀ, ਉਹਨਾਂ ਦੇ ਲਈ ਵੀ ਇਹ ਇੱਕ ਕਹਿ ਲਓ ਕਿ ਅੱਗ ਦੀ ਝੀਲ ਦਾ ਫੈਸਲਾ ਹੋਇਆ ਹੈ ਉੱਥੇ ਵੀ। ਮੇਰੇ ਖਿਆਲ ਪੜ੍ਹ ਦਿਓ ਇਹ ਜਿਹੜੀ ਗੱਲ ਕਰ ਰਹੇ ਹਾਂ, 14 ਦੀ ਪ੍ਰਕਾਸ਼ ਦੀ ਪੋਥੀ 14 ਦੀ, ਇਹ ਅਸੀਂ ਆਲਰੇਡੀ ਸਟੱਡੀ ਕਰ ਦਿੱਤੀ ਹੈ 9 ਤੋਂ 11 ਦੇ ਵਿੱਚ। ਓਕੇ ਜੀ, ਪੜ੍ਹ ਲੈਂਦੇ ਜੀ। ਇਹਨਾਂ ਸਾਰਿਆਂ ਦੇ ਨਾਂ ਨੇ ਕਿ ਇਹਨਾਂ ਨੇ ਫਾਈਨਲ ਜਾਣਾ ਹੀ ਉੱਥੇ। ਠੀਕ ਹੈ, ਠੀਕ ਹੈ ਜੀ। ਹਾਂ ਜੀ, ਹਾਂ, ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 14 ਦੀ 19 ਤੋਂ 14 ਦੀ 9 ਦੀ 19 ਤੋਂ ਨਹੀਂ ਠੀਕ ਹੈ, 14 ਦੀ 9 ਤੋਂ 11। 9 ਤੋਂ 11। ਹਾਂਜੀ, ਹਾਂ, ਇਹ ਬੜਾ ਫਿਕਰ ਹੈਗਾ, 9 ਤੋਂ 11 ਹੋ ਗਿਆ। ਹਾਲੇਲੂਇਆ, ਹਾਲੇਲੂਇਆ। ਉਹਦੇ ਵਿੱਚ ਲਿਖਿਆ ਹੈ ਜੀ, ਤਦ ਇੱਕ ਸਵਰਗ ਦੂਤ ਪਹਿਲਿਆਂ ਦੇ ਪਿੱਛੋਂ ਇਹ ਉੱਚੀ ਆਵਾਜ਼ ਨਾਲ ਕਹਿੰਦਾ ਹੋਇਆ ਆਇਆ, ਉਹ ਜੋ ਪਸ਼ੂ ਉਸਦੇ ਬੁੱਤ ਦੀ ਮੋਹਰ ਨੂੰ ਆਪਣੇ ਮੱਥੇ ਜਾਂ ਹੱਥ ਤੇ ਲਾਉਂਦਿਆ ਹੈ, ਉਹ ਹੁਣ ਪਰਮੇਸ਼ਵਰ ਦੇ ਗੁੱਸੇ ਦੀ ਸ਼ਰਾਬ ਪੀਵੇਗਾ। ਹਾਂ, ਯਾਨੀ ਫਿਊਚਰ ਦੱਸ ਰਿਹਾ ਹੈ। ਹਾਂ ਜੀ, ਜੋ ਉਸਦੇ ਕ੍ਰੋਧ ਵਾਲੇ ਪਿਆਲੇ ਵਿੱਚ ਚੰਗੀ ਤਰ੍ਹਾਂ ਨਾਲ ਘੋਲੀ ਗਈ ਹੈ। ਉਹ ਅੱਗ ਦੇ ਗੰਧਕ ਵਿੱਚ ਪਰਮੇਸ਼ਰ ਦੇ ਸਵਰਗ ਦੂਤਾਂ ਦੇ ਮੇਮਣੇ ਦੇ ਸਾਹਮਣੇ ਪੀੜਾ ਸਹਿਣਗੇ। ਹਾਂਜੀ, ਜੋ ਲੋਕ ਪਸ਼ੂ ਅਤੇ ਉਸਦੇ ਬੁੱਤ ਦੀ ਪੂਜਾ ਕਰਦੇ ਹਨ ਅਤੇ ਉਹਨਾਂ ਨੇ ਉਸਦੇ ਨਾਂ ਦੀ ਮੋਹਰ ਆਪਣੇ ਤੇ ਲਾਈ ਹੈ, ਉਹ ਲੋਕ ਕਦੇ ਵੀ ਚੈਨ ਦਾ ਸਾਹ ਨਾ ਲੈ ਸਕਣਗੇ। ਉਹਨਾਂ ਦੀਆਂ ਪੀੜਾਂ ਦਾ ਧੂਆਂ ਅਨੰਤ ਕਾਲ ਤੱਕ ਉੱਪਰ ਉੱਠਦਾ ਰਹੇਗਾ। ਸੋ ਇਹ ਧੂਆਂ ਖਾਲੀ ਬਾਬਲ ਦੀ ਨਹੀਂ ਹੈ। ਇਹ ਜਿਹੜੇ ਉਹਦੇ ਵਿੱਚ ਜਿਸ ਤਰੀਕੇ ਨਾਲ ਇਸ ਵਰਸ ਵਿੱਚ ਦੱਸਿਆ ਗਿਆ, ਉਹ ਫਿਰ ਅੱਗੇ ਇਹ ਧੂਆਂ ਹੁਣ ਦੋ ਤਰੀਕੇ ਨੇ। ਇੱਕ ਸਾਨੂੰ ਉਂਝ ਨਜ਼ਰ ਆ ਰਿਹਾ ਜਿੰਜ ਸਦੂਮ ਤੇ ਅਮੂਰਾ, ਗੰਧਕ ਤੇ ਜਿਹੜੇ ਨਾ ਜੈਨਸਿਸ ਉਤਪੋਤੀ ਆਉਤਪੋਤੀ, ਪਦਾਇਸ਼ 19 ਦੀ 24 ਤੋਂ 28 ਦੇ ਵਿੱਚ ਨਾ, ਜਿੱਥੇ ਫਿਰ ਖੁਦਾ ਵੱਲੋਂ ਅੱਗ ਤੇ ਗੰਧਕ ਆਈ, ਸਦੂਮ ਤੇ ਅਮੂਰਾ ਨੂੰ ਤਬਾਹ ਕੀਤੀ, ਤੇ ਫਿਰ ਧੂਆਂ ਉੱਠਦਾ ਰਿਹਾ। ਇਹਨਾਂ ਵਰਸਿਸ ਦਾ ਜ਼ਿਕਰ ਹੈ। ਸੋ ਇੱਕ ਤੇ ਫਿਜ਼ੀਕਲੀ ਔਰ ਦੂਜਾ ਇਹਨਾਂ ਦਾ ਸਪਿਰਿਚੁਅਲੀ, ਬਈ ਅੱਗ ਦੀ ਝੀਲ ਦਾ ਵੀ ਉਹ ਤੇ ਸਦਾ ਹੀ ਉਹ ਧੂਆਂ ਉੱਠਦਾ ਹੀ ਰਹਿਣਾ ਉਹਦਾ। ਲੇਕਿਨ ਇਹ ਜਿਹੜਾ ਬਾਬਲ ਦੀ ਗੱਲ ਹੋ ਰਹੀ ਹੈ, ਉਦੋਂ ਤਕਰੀਬਨ ਅਸੀਂ ਇਹ ਗੱਲ ਕਰ ਰਹੇ ਹਾਂ, ਇਹ ਧੂਆਂ ਉੱਠਦਾ ਹੀ ਰਹੇਗਾ। ਕਦੋਂ ਤੱਕ ਉੱਠਦਾ ਰਹੇਗਾ? ਜਿੰਨੀ ਦੇਰ ਤੱਕ ਨਈ ਧਰਤੀ ਨਾ ਆ ਜਾਵੇ। ਰੈਵਲੇਸ਼ਨ 21 ਦੀ ਪਹਿਲੀ ਆਇਤ ਪੜ੍ਹੋ, ਉਦੋਂ ਤੱਕ ਇਹ ਧਰਤੀ ਤੋਂ ਇਹ ਧੂਆਂ ਨਜ਼ਰ ਹੀ ਆਉਂਦਿਆ ਰਹਿਣਾ। ਠੀਕ ਹੈ, ਇੱਕ ਰੂਹਾਨੀ ਧੂਆਂ ਹੋ ਗਿਆ, ਇੱਕ ਦੁਨਿਆਵੀ ਜਿਹੜਾ ਬੰਦਾ ਆਖਣਾ ਫਿਜ਼ੀਕਲ, ਤੇ ਦੂਜਾ ਅੱਗ ਦੀ ਝੀਲ ਵਿੱਚ ਉਹਨਾਂ ਦਾ ਉਹ ਵੀ ਪ੍ਰੋਬਲਮ ਵਿੱਚ ਹੋਣਗੇ ਜਾਂ ਦੁੱਖ ਵਿੱਚ, ਕਰਬ ਵਿੱਚ ਹੋਣਗੇ, ਤਕਲੀਫ ਵਿੱਚ। ਸੋ ਇਹ ਉਨੀ ਦੇਰ ਤੱਕ ਸਾਨੂੰ ਲੋਕਾਂ ਨੂੰ ਨਜ਼ਰ ਆਏਗਾ ਧੂਆਂ ਉੱਠ ਰਿਹਾ ਹੈ, ਜਿਸ ਤਰ੍ਹਾਂ ਸਦੂਮ ਤੇ ਅਮੂਰਾਂ 'ਚ ਉੱਠਿਆ ਸੀ ਨਾ। ਸੋ ਇਹਦਾ 21 ਦਾ 1 ਤੇ ਵੇਖ ਲਓ, ਉਹ ਫਿਰ ਇਹ ਧੂਆਂ, ਚੂँਕਿ ਉਹ ਪੁਰਾਣੀ ਧਰਤੀ ਨਹੀਂ ਰਹਿਣੀ, ਉਹ ਬਦਲ ਜਾਏਗਾ ਉਹਦੇ ਬਾਅਦ। ਸੋ ਇਹਦੇ ਵਿੱਚ ਕੋਈ ਹੋਰ ਕੋਈ ਗੱਲ ਹੈ ਇਸ ਵਾਸਤੇ? ਨਹੀਂ ਜੀ, ਆਪਾਂ 21 ਦੀ ਪਹਿਲੀ ਪੜ੍ਹੀ ਜੀ। ਜੀ, 21 ਦੀ ਪਹਿਲੀ। ਉਹ ਹਾਂਜੀ। ਉਹਦੇ ਵਿੱਚ ਲਿਖਿਆ ਹੈ, ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ ਬੁੱਕ ਆਫ ਰੈਵਲੇਸ਼ਨ 21 ਦੀ 21 ਦੀ ਪਹਿਲੀ ਆਇਤ ਵਿੱਚ ਲਿਖਿਆ ਹੈ, ਇਸ ਦੇ ਪਿੱਛੋਂ ਮੈਂ ਇੱਕ ਨਵਾਂ ਆਕਾਸ਼ ਅਤੇ ਇੱਕ ਨਵੀਂ ਧਰਤੀ ਦੇਖੀ, ਕਿਉਂਕਿ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਲੋਪ ਹੋ ਗਏ ਸਨ, ਸਮੁੰਦਰ ਦੀ ਵੀ ਕੋਈ ਹੋਂਦ ਨਾ ਰਹੀ। ਮਤਲਬ ਇਹ ਕਦੋਂ ਤੱਕ ਉੱਠਦਾ ਰਹੇਗਾ? ਇੱਕ ਸਵਾਲ ਹੈ। ਉਦੋਂ ਤੱਕ ਜਦੋਂ ਤੱਕ ਇਹ ਨਇਆ ਸਵਰਗ ਨਹੀਂ ਧਰਤੀ ਨਹੀਂ ਆਏਗੀ, ਕਿਉਂਕਿ ਉਹ ਸਾਰਾ ਵਲੇਟ ਦਿੱਤਾ ਜਾਏਗਾ, ਹੈ ਨਾ। ਸੋ ਇਹਦੇ ਵਿੱਚ ਇਹੀ ਹੈ। ਤੇ ਫਿਰ ਅਗਲੀ ਆਇਤ ਜਾਂ ਇਹਦੇ 'ਚ ਕੋਈ ਸਵਾਲ ਬਣ ਰਿਹਾ? ਹਾਲੇਲੂਇਆ। ਕਿਉਂਕਿ ਲਿਖਿਆ ਹੈਗਾ, ਪਰ ਇਹਦੇ ਵਿੱਚ ਲਿਖਿਆ ਜੀ, ਇਸ ਦਾ ਧੂਆਂ ਅਨੰਤ ਕਾਲ ਤੱਕ ਉੱਠਦਾ ਰਹੇਗਾ।
ਜੀ ਹਾਂਜੀ, ਹਾਂ ਅਨੰਤ ਕਾਲ ਤੱਕ ਆ। ਹਾਂ, ਇਹਨੂੰ ਅਸੀਂ ਰੂਹਾਨੀ ਤੌਰ 'ਤੇ ਵੀ ਦੇਖ ਰਹੇ ਹਾਂ ਹਾਂਜੀ, ਕਿ ਇੱਕ ਤੇ ਇਹ ਪਾਏ ਕਿਤੇ ਜਾਣਗੇ ਅੱਗ ਦੀ ਝੀਲ ਵਿੱਚ, ਹਾਂ ਉਹ ਤੇ ਆਨੰਦ ਕਾਲ ਤੱਕ ਚੱਲੇਗਾ। ਹਾਂ। ਲੇਕਿਨ ਦੂਜਾ ਜਿਹੜਾ ਹੈ, ਜਿਸ ਤਰ੍ਹਾਂ ਸਦੂਮ ਤੇ ਅਮੂਰਾ, ਹੂੰ। ਜਿਹੜਾ ਨਾ ਉਤਪਤੀ 19 ਦੀ 24 ਤੋਂ 28 ਦੇ ਵਿੱਚ ਉਦੋਂ ਉੱਠਦਾ ਸੀ ਧੂੰਆਂ, ਉਹਦੇ ਵਿੱਚ ਲਿਖਿਆ, ਲੇਕਿਨ ਹੁਣ ਤੇ ਨਹੀਂ ਉੱਠ ਰਿਹਾ, ਨਹੀਂ, ਉਹ ਖਤਮ ਹੋ ਗਿਆ। ਯਾ ਸਦੂਮ ਤੇ ਅਮੂਰਾ ਦਾ ਏਰੀਆ ਤੁਸੀਂ ਵੇਖ ਲਓ ਨਾ, ਹੁਣ ਨਹੀਂ ਉੱਠ ਰਿਹਾ। ਲੇਕਿਨ ਇਹ ਵੀ ਚੂੰਕਿ ਇਹ ਸਾਰੇ ਮਾਮਲਾਤ ਗ੍ਰੇਟ ਟ੍ਰਿਬੂਲੇਸ਼ਨ ਦੇ ਵਿੱਚ ਹੀ ਅਸੀਂ ਦੇਖ ਰਹੇ ਹਾਂ, ਨਰਸਿੰਘਿਆਂ ਦੀ ਗੱਲ ਹੋ ਰਹੀ ਹੈ। ਇਹ ਗ੍ਰੇਟ ਟ੍ਰਿਬੂਲੇਸ਼ਨ ਦੇ ਵਿੱਚ ਇਹ ਸਾਰਾ ਕੁਝ ਹੋਏਗਾ, ਤੇ ਉਹਦੇ ਬਾਅਦ ਜਲਦੀ ਹੀ ਤਕਰੀਬਨ ਕੁਝ ਹੀ ਸਾਲਾਂ ਬਾਅਦ ਜਾਂ ਕੁਝ ਹੀ ਦੇਰ ਬਾਅਦ 1000 ਸਾਲਾਂ ਬਾਦਸ਼ਾਹੀ ਸ਼ੁਰੂ ਹੋਣੀ ਹੈ, ਉਨੀ ਦੇਰ ਤੱਕ ਰਹੇਗਾ। ਫਿਰ ਉਹਦੇ ਬਾਅਦ ਨਇਆ ਆਸਮਾਨ ਤੇ ਨਈ ਧਰਤੀ, ਚੂँकि ਉਹ ਵਲੇਟ ਦਿੱਤੀ ਜਾਏਗੀ। ਲੇਕਿਨ ਜਿਹੜੀ ਅੱਗ ਦੀ ਝੀਲ ਹੈ ਉਹ ਤੇ ਆਪਾਂ ਦੇਖਿਆ ਸੀ ਪ੍ਰਕਾਸ਼ ਦੀ ਪੋਥੀ ਦ ਬੁੱਕ ਆਫ ਰੈਵਲੇਸ਼ਨ, ਉਹਦੀ 20 ਦੀ ਮੇਰੇ ਖਿਆਲ ਹੈ ਕਿ ਉਹ 11 ਤੋਂ 15 ਦੇ ਵਿੱਚ ਅਸੀਂ ਦੇਖਿਆ ਸੀ ਕਿ ਇਹ ਉਦੋਂ ਇਹ ਸਾਰੀਆਂ ਧਰਤੀ ਦੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਵਾਈਟ ਥਰੋਨ ਦੀ 1000 ਸਾਲਾ ਬਾਦਸ਼ਾਹੀ ਤੱਕ ਇਹ ਨਿਜ਼ਾਮ ਹੋ ਜਾਏਗਾ। ਉਹਦੇ ਬਾਅਦ 21 ਚੈਪਟਰ ਜਿਹੜਾ ਪੜ੍ਹਿਆ, ਫਿਰ ਜਦੋਂ ਨਇਆ ਧਰਤੀ ਨਈ ਜ਼ਮੀਨ ਆਏਗੀ ਤੇ ਤਬਦੀਲ ਹੋ ਜਾਏਗਾ, ਕਿਉਂਕਿ ਨਇਆ ਯਰੂਸ਼ਲਮ ਆਸਮਾਨ ਤੋਂ ਉਤਰੇਗਾ, ਔਰ ਇਹ ਨਹੀਂ ਜੇ ਜ਼ਮੀਨ ਤੇ ਟਿਕ ਜਾਏਗਾ, ਪਰ ਚੁੱਕਿਆ ਹੀ ਹੋਏਗਾ, ਜਿਸ ਤਰ੍ਹਾਂ ਅਸੀਂ ਨਏ ਯਰੂਸ਼ਲਮ ਦੀ ਸਟੱਡੀ ਕੀਤੀ ਹੈਗੀ। ਸੋ ਦੂਸਰਾ ਤੇ ਉੱਠਦਾ ਹੀ ਰਹੇਗਾ, ਕਿਉਂਕਿ ਇੱਥੇ ਜਿਹੜੀ ਵਰਸ ਪੜ੍ਹੀ ਹੈ ਨਾ ਅਸੀਂ, ਇੱਥੇ ਲਿਖਿਆ ਦਾ ਮੁਕਾਸ਼ਵਾ 14 ਦੀ, ਕਿ ਉਹ ਸਾਰੇ ਉਸ ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਜਾਣਗੇ। ਇਹ ਉਹ ਦੱਸਣ ਡਿਆ ਬਾਰ-ਬਾਰ ਇਹ ਵਾਕਿਆ ਅੱਗੇ ਹੋਊਗਾ, ਤੇ ਇਹਦਾ ਧੂੰਆਂ ਉੱਠਦਾ ਰਹੇਗਾ, ਤੇ ਨਜ਼ਰ ਇਹੀ ਆਉਂਦਾ ਹੈ ਕਿ ਅੰਤ ਕਾਲ ਤੱਕ। ਠੀਕ, ਹਾਂ, ਇੱਥੇ ਲਿਖਿਆ, ਇੰਗਲਿਸ਼ ਵਿੱਚ ਵੀ ਲਿਖਿਆ ਹੈ ਨਾ। ਹਾਂ, ਤੇ ਰੈਵਲੇਸ਼ਨ 19 ਦੀ 3 ਦੇ ਵਿੱਚ ਲਿਖਿਆ, ਐਂਡ ਅਗੇਨ ਦੇ ਸ਼ਾਊਟਡ ਹਾਲੇਲੂਇਆ, the smoke from her goes up forever and ever। ਹਾਂਜੀ, ਸਦਾ ਦੇ ਲਈ ਲਿਖਿਆ ਹੈ ਧੂੰਆਂ, ਸਦਾ ਲਈ ਧੂੰਆਂ ਜਿਹੜਾ ਹੈ ਇਹ ਇਸ ਲਈ ਉੱਠਦਾ ਰਹੇਗਾ। ਕਿੱਥੋਂ ਉੱਠੇਗਾ? ਧਰਤੀ ਤੋਂ। ਤੇ ਜਦੋਂ ਧਰਤੀ ਨੇ ਨਹੀਂ ਰਹਿਣਾ, ਲੇਕਿਨ ਇਹ ਕਨਵਰਟ, ਸਦਾ ਧਰਤੀ ਤਾਂ ਸਦਾ ਲਈ ਨਹੀਂ ਹੈਗੀ, ਹਾਂਜੀ, ਪਰ ਧੂੰਆਂ ਹੈ ਲਿਖਿਆ ਸਦਾ ਲਈ ਹੈ। ਹਾਂਜੀ, ਉਹ ਸਪਿਰਿਚੁਅਲੀ ਇਹ ਵੇ ਕਿ ਚੂੰਕਿ ਇਹਦੇ ਵਿੱਚ ਅਗਰ ਦੇਖੋ ਨਾ, ਉਹ ਕਿੱਥੇ ਸੁੱਟੇ ਜਾਣਗੇ? ਅੱਗ ਦੀ ਝੀਲ, ਲੇਕ ਆਫ ਫਾਇਰ ਦੇ ਵਿੱਚ। ਇੱਕ ਤੇ ਫਿਜ਼ੀਕਲੀ ਅਸੀਂ ਦੇਖਾਂਗੇ ਜਿਸ ਤਰ੍ਹਾਂ ਸਦੂਮ ਅਮੂਰਾ, ਇੱਕ ਤੇ ਇਹ ਤੇ ਫੋਰਐਵਰ ਹੀ ਉੱਠਦਾ ਰਹੇਗਾ। ਜਿਹੜੇ ਬਲਕਿ ਉਹ 10ਵੀਂ ਆਇਤ ਵੀ ਦੇਖ ਲਓ, ਇਹਦੀ 20 ਦੀ 10ਵੀਂ ਵੀ ਦੇਖ ਲਓ, ਫਿਰ ਸ਼ੈਤਾਨ ਤੇ ਐਕਚੁਅਲੀ ਲੇਕ ਆਫ ਫਾਇਰ ਜਿਹੜੀ ਹੁਣ ਅਸੀਂ ਨਰਕ ਕਹਿੰਦੇ ਹਾਂ ਨਾ, ਇਹ ਤੇ ਇੱਕ ਟੈਂਪਰੇਰੀ ਜਗ੍ਹਾ ਹੈ, ਲੇਕਿਨ ਫਾਈਨਲ ਜਗ੍ਹਾ ਅੱਗ ਦੀ ਝੀਲ ਹੈ ਜਾਂ ਲੇਕ ਆਫ ਫਾਇਰ ਹੈ, ਉੱਥੇ ਉੱਠਦਾ ਰਹੇਗਾ। ਉਹਦਾ ਮਤਲਬ ਇਹ ਵੇ, ਕਿਉਂਕਿ ਇੱਥੇ ਜਿਹੜਾ ਅਸੀਂ ਪੜ੍ਹਿਆ 14 ਦੀ ਰੈਵਲੇਸ਼ਨ 14 ਦੀ 9 ਤੋਂ 11 ਦੇ ਵਿੱਚ, ਇਹਦੇ 'ਚ ਇੱਕ ਜਗ੍ਹਾ ਦੱਸਿਆ ਹੈ ਕਿ ਉਹਦੇ ਤੇ ਫਿਰ ਇਹ ਧੂੰਆਂ ਉੱਥੋਂ ਨਹੀਂ ਜਾਣਾ, ਮਿਟਣਾ। ਹਾਂਜੀ, ਠੀਕ ਹੈ ਜੀ, ਠੀਕ ਹੈ। ਹਾਂਜੀ, 19 ਦੀ ਆਪਾਂ ਹੁਣ ਚੌਥੀ ਪੜ੍ਹੀ ਜੀ, ਚੌਥੀ ਪੜ੍ਹ ਲਓ ਜੀ। ਠੀਕ ਹੈ ਜੀ। ਉਹਦੇ ਵਿੱਚ ਲਿਖਿਆ ਹੈ, ਬੁੱਕ ਆਫ ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 19 ਦੀ 4 ਦੇ ਵਿੱਚ ਲਿਖਿਆ ਹੈ, ਤਦ 24 ਬਜ਼ੁਰਗ, 24 ਬਜ਼ੁਰਗ, ਹਾਂਜੀ 24 ਦਾ ਨਾ, 24 ਬਜ਼ੁਰਗ ਅਤੇ ਚਾਰੇ ਜਾਨਦਾਰਾਂ ਦੀ ਨੇ ਧਰਤੀ ਤੇ ਮੂੰਹ ਭਰ ਡਿੱਗ ਕੇ ਪਰਮੇਸ਼ਰ ਦੀ ਜੋ ਤਖਤ ਤੇ ਬੈਠਾ ਸੀ ਇਹ ਕਹਿ ਕੇ ਉਪਾਸਨਾ ਕੀਤੀ, ਹਾਲੇਲੂਇਆ, ਆਮੀਨ। ਆਮੀਨ। ਹਾਂਜੀ, ਸੋ ਇੱਥੇ ਅਸੀਂ ਪ੍ਰੇਜ਼ ਦ ਲਾਰਡ, ਪ੍ਰਭੂ ਦੇ ਵਚਨ ਤੇ ਉਹਦੀ ਬਰਕਤ ਠਹਿਰੀ ਰਹੇ। ਇਹ 24 ਬਜ਼ੁਰਗਾਂ ਦੀ ਆਪਾਂ ਸਟੱਡੀ ਕੀਤੀ ਹੈ, ਕੌਣ ਕਿਸ ਤਰੀਕੇ ਨਾਲ, ਹੈ ਨਾ। ਤੇ ਇਹਨਾਂ ਦਾ ਜ਼ਿਕਰ ਅਸੀਂ ਸਾਰਿਆਂ ਤੋਂ ਪਹਿਲੇ ਯਾਦ ਹੋਵੇ ਤੇ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ,
ਬੁੱਕ ਆਫ ਰੈਵਲੇਸ਼ਨ, ਮੁਕਾਸ਼ਵਾ, ਪ੍ਰਕਾਸ਼ ਦੀ ਪੋਥੀ, 4 ਦੀ 4 ਇਸ ਦੇਖਿਆ ਸੀ ਹੈ ਜੀ, ਜਿਹੜੇ ਕਿ ਯਹੂਨਾ ਨੂੰ ਖੁਦਾ ਦੇ ਜਿਹੜੇ ਆਸ਼ਵੇਰੀ ਤਖਤਾਂ ਦੇ ਬੈਠੇ ਹੋਏ ਸਾਨੂੰ ਨਜ਼ਰ ਆਏ ਸਨ, ਲੇਕਿਨ ਥੋੜ੍ਹਾ ਜਿਹਾ ਨੀਵੇਂ ਸਨ। ਖੁਦਾ ਦਾ ਤਖਤ ਉੱਚਾ ਸੀ ਤੇ ਇਹ ਨੀਵਾਂ ਸੀ, ਹੈ ਨਾ। ਉਹਦੀ ਵਜ੍ਹਾ ਇਹ ਉਹੀ ਗੱਲ ਨੂੰ ਤਰਸਾਉਂਦਾ ਹੈ, ਯਾਦ ਦਿਲਾ ਰਿਹਾ, ਜਿਹੜਾ ਮੱਤੀ 9 ਦੀ ਅਗਰ 28 ਆਇਤ ਤੁਸੀਂ ਪੜ੍ਹੋ ਨਾ, ਤੇ ਜਿਹਦੇ 'ਚੋਂ ਖੁਦਾਵੰਦ ਯਿਸੂ ਮਸੀਹ ਕਹਿ ਰਹੇ ਨੇ ਕਿ ਭਾਈ ਇਹਨਾਂ ਹੀ ਤਖਤਾਂ ਤੋਂ ਬਹਿ ਕੇ ਤੁਸੀਂ ਇਸਰਾਈਲ ਦੇ 12 ਗੋਥਾਂ ਜਾਂ ਕਬੀਲਿਆਂ ਦਾ ਕੀ ਕਰੋਗੇ, ਨਿਆਂ ਕਰੋਗੇ। ਠੀਕ ਹੈ। ਤੇ ਆਪਣਾ ਕੁਛ ਹੋਰ ਹਵਾਲੇ ਲਿਖ ਲਓ। ਇਹ 24 ਬਜ਼ੁਰਗ ਦੇ ਮੁਤਲਕ ਦਾ ਸਟੱਡੀ ਕੀਤੀ ਹੈ, ਇਹਦੇ ਰੈਵਲੇਸ਼ਨ 2 ਦੀ 26 ਤੇ 27। ਪਹਿਲੇ ਤੁਸੀਂ ਉਹ ਲਿਖ ਲਿਆ, ਉਹ ਰੈਫਰੈਂਸ? ਮੱਤੀ 9 ਦੀ 28 ਨਹੀਂ, 19 ਦੀ 28। 19 ਦੀ 28? ਹਾਂਜੀ, ਮੱਤੀ 19 28 19 28। ਓਕੇ। ਮੈਥਿਊ ਚੈਪਟਰ 19 ਵਰਸ 28। ਹਾਂਜੀ। ਰੈਵਲੇਸ਼ਨ ਚੈਪਟਰ 2 ਜਾਂ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 2 ਦੀ 26 ਤੇ 27। ਰੈਵਲੇਸ਼ਨ 2 ਵਰਸ 26 ਤੇ 27। ਤੇ ਰੈਵਲੇਸ਼ਨ ਜਾਂ ਇਸੇ ਦੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 3 ਦੀ 21, ਚੈਪਟਰ 3 ਵਰਸ 21। ਤੇ ਫਿਰ ਚੈਪਟਰ 20 ਇਸੇ ਦੀ ਦ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ 20 ਦੀ 4 ਤੋਂ 6 ਕਰ ਲਓ ਜੀ। ਹੁਣ ਇਹ ਜਿੱਥੇ ਵਾਅਦਾ ਖੁਦਾਵੰਦ ਯਿਸੂ ਮਸੀਹ ਨੇ ਕੀਤਾ ਹੈ ਕਿ ਇਹ ਜਿਹੜੇ 12 ਰਸੂਲ ਨੇ ਉਹ ਬੇਸਿਕਲੀ ਚਰਚ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਤੇ ਇਹ ਜਿਹੜੇ ਹੁਣ ਹਵਾਲੇ ਲਿਖੇ ਨੇ ਇਹਦੇ ਦੱਸਿਆ ਜਿਹੜੇ ਜਿੱਤ ਪ੍ਰਾਪਤ ਕਰਨੇ ਵਾਲੇ ਜਾਂ ਉਹਨੂੰ ਕਹਿ ਲਓ ਗਾਲਬ ਆਣੇ ਵਾਲੇ ਜਿਹੜੇ ਲੋਕ ਹੋਣਗੇ, ਭਾਵੇਂ ਉਹਨਾਂ ਸ਼ਹਾਦਤੀਆਂ ਦਿੱਤੀਆਂ ਨੇ, ਉਹ ਵੀ ਇਹਨਾਂ ਸ਼ਾਮਲ ਨੇ। ਠੀਕ ਹੈ। ਇਸ ਲਈ ਇਹ ਸਾਰੇ ਇਹ ਨਹੀਂ ਕਿ ਖਾਲੀ 12 ਹੀ ਤਖਤ ਮੀਨਸ ਇਹ ਸਾਰੇ ਉੱਥੇ ਮੌਜੂਦ ਹੋਣਗੇ। ਥੋੜ੍ਹਾ ਜਿਹਾ ਇਹਨਾਂ ਦਾ ਲੈਵਲ ਥੱਲੇ ਹੋਣਾ ਹੈ ਨਾ, ਜਿਸ ਤਰ੍ਹਾਂ ਖੁਦਾ ਦਾ ਸਿੰਘਾਸਣ ਜਾਂ ਤਖਤ ਉੱਤੇ ਵੀ ਤੇ ਇਹ ਸ਼ਾਗਿਰਦ ਹੋਣਗੇ, ਤਾਂ ਹੀ ਤੇ ਉਹ 12 ਕਬੀਲਿਆਂ ਦਾ ਫੈਸਲਾ ਕਰਨਗੇ, ਹੈ। ਸੋ ਬਾਈਬਲ ਸਾਨੂੰ ਕਿਧਰੇ ਵੀ ਇਹ ਨਹੀਂ ਦੱਸਦੀ, ਕਿਉਂਕਿ ਮਿੰਗਲ ਅਪ ਨਹੀਂ ਹੋਣਾ ਕਿ ਕੋਈ ਦੂਤਾਂ ਨੂੰ ਵੀ ਕਦੀ ਤਖਤ 'ਤੇ ਬੈਠਿਆਂ ਸਾਨੂੰ ਦਿਖਾਇਆ ਗਿਆ ਨਹੀਂ। ਇਹ ਜਿਹੜੇ ਦੂਤ ਮੀਨਸ ਐਂਜਲਸ, ਫਰਿਸ਼ਤਿਆਂ ਨੂੰ, ਬਲਕਿ ਇਹ ਫਰਿਸ਼ਤੇ ਜਿਹੜੇ ਨੇ ਇਬਰਾਨੀਓ 1 ਦੀ 14 ਦੇ ਮੁਤਾਬਿਕ ਇਹ ਜਿਹੜੇ ਨਜਾਤ ਜਾਂ ਮੁਕਤੀ ਪ੍ਰਾਪਤ ਜਾਂ ਜਿਨ੍ਹਾਂ ਨੂੰ ਮੁਕਤੀ ਮਿਲੀ ਹੈ ਉਹਨਾਂ ਲਈ ਸਰਵਿੰਗ ਸਪਿਰਿਟਸ ਨੇ, ਯਾਨੀ ਖਿਦਮਤ ਗੁਜ਼ਾਰ ਰੂਹਾਂ ਨੇ। ਇਸ ਲਈ ਇਹ ਨਹੀਂ ਇਹਨਾਂ ਨੂੰ ਮਿਕਸਅਪ ਨਹੀਂ ਕਰਨਾ ਕਿ ਇਹ ਦੂਤ ਹੀ ਹੋਣਗੇ। ਇਹ ਜਿਹੜੇ 4 ਕ੍ਰੀਚਰਸ ਤੇ ਯਹੂਨਾ ਨੇ ਇਹਨਾਂ 4 ਕੀ ਕਹਿੰਦੇ ਨੇ ਜਾਨਦਾਰਾਂ ਨੂੰ ਇਹ ਤਖਤ ਦੇ ਵਿੱਚ ਦੇਖਿਆ, ਕਿਉਂਕਿ ਇਹ 4 ਜਾਨਦਾਰ ਜਿਹੜੇ ਨੇ ਪਰਮੇਸ਼ਵਰ ਦਾ ਥਰੋਨ ਜਿਹੜਾ ਮੂਵ ਕਰਦੇ ਰਹਿੰਦੇ ਨੇ, 4 ਪਹੀਏ। ਬੜੀ ਸਟੱਡੀ ਕੀਤੀ ਇਹਦੀ। ਹਾਂਜੀ। ਕਿਉਂ ਜੇ ਫਰਿਸ਼ਤੇ ਇਹ ਜਿਹੜੇ ਨੇ ਨਾ ਇਹ ਜਾਨਦਾਰ ਇੱਥੇ, ਕਿਉਂਕਿ ਲਫ਼ਜ਼ ਆ ਗਿਆ, ਇਹ ਨੇ ਇੱਕ ਹਾਈ ਰੈਂਕ ਫਰਿਸ਼ਤਿਆਂ ਦੀ, ਹਾਇਰ ਰੈਂਕ ਕਹਿ ਲਓ, ਜਿਹੜੇ ਕਿ ਪਰਮੇਸ਼ਵਰ ਦੇ ਸਿੰਘਾਸਣ ਨੂੰ ਮੂਵ ਕਰਦੇ ਰਹਿੰਦੇ ਨੇ। ਠੀਕ ਹੈ। ਜਿਨ੍ਹਾਂ ਨੂੰ ਤੁਸੀਂ ਕਹਿ ਲਓ ਕਿ ਇਹ ਚੈਰੋਬੀਮ ਨਹੀਂ ਹੁੰਦੇ, ਕੈਰੋਬੀਮਸ, ਉਹ ਨੇ ਰੈਵਲੇਸ਼ਨ 4 ਦੀ 6 ਦੇ ਵਿੱਚ ਇਹ ਤੁਸੀਂ ਜਾਣਦੇ। ਇੱਕ ਵਰਸ ਪੜ੍ਹ ਦਿਓ ਤਾਂ ਕਿ ਸਾਨੂੰ ਇਹ ਜਿਹੜੀ ਸਟੱਡੀ ਹੈ ਨਾ 4 ਦੀ 6 ਉਹਦੇ ਵਿੱਚ ਅਸੀਂ ਬੜਾ ਖੁੱਲ੍ਹ ਕੇ ਦੱਸਿਆ ਕਿ ਕੌਣ ਨੇ ਜਾਨਦਾਰ, ਕ੍ਰੀਚਰਸ ਜਾਂ ਜੰਤੂ, ਜੋ ਵੀ ਟ੍ਰਾਂਸਲੇਸ਼ਨ ਹੈ ਇਹਦੀ। ਸੋ ਉਹਦੇ ਵਿੱਚੋਂ ਫਰਦਰ ਡਿਟੇਲ ਲਈ ਜਾ ਸਕਦੀ ਹੈ। ਹਾਂ, ਤੇ ਆਪਾਂ ਹਾਂਜੀ ਪੜ੍ਹ ਲਈਏ। ਜਿਸ ਤਰ੍ਹਾਂ 24 ਬਜ਼ੁਰਗਾਂ ਦੀ ਪ੍ਰਕਾਸ਼ ਦੀ ਪੋਥੀ ਦ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ 4 ਦੀ ਜਦੋਂ ਸਟੱਡੀ ਦੇਖੋ ਤਾਂ ਉਹਦੇ ਵਿੱਚ ਪਤਾ ਲੱਗੇਗਾ ਕੌਣ ਨੇ, ਇਹਨਾਂ 'ਚ ਕੌਣ ਸ਼ਾਮਲ ਨੇ। ਹਾਂਜੀ ਜੀ। ਇਹ ਆਲਰੇਡੀ ਕੀਤਾ, ਇਸ ਲਈ ਅਸੀਂ ਇੱਥੇ
जी टाइम बचा रहे हैं ठीक है हाँ जी जी 4 ਦੀ 6 ਪੜ੍ਹ ਦਿਓ ਉਧਰ ਓਕੇ ਜੀ ਜੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ ਜੀ 4 ਦੀ 6 ਦੇ ਵਿੱਚ ਲਿਖਿਆ ਹੈ ਜੀ ਇਸੇ ਤਰ੍ਹਾਂ ਤਖਤ ਦੇ ਅਗਲੇ ਪਾਸੇ ਸ਼ੀਸ਼ੇ ਦਾ ਸਮੁੰਦਰ ਜੋ ਬਲੌਰ ਦਾ ਬਣਾਇਆ ਲੱਗ ਰਿਹਾ ਸੀ ਦਿਖਾਈ ਦੇ ਰਿਹਾ ਸੀ ਤਖਤ ਦੇ ਚਾਰੇ ਪਾਸੇ ਚਾਰਾਂ ਨੁਕਰਾਂ ਤੇ 4 ਜਾਨਦਾਰ ਦਿਖਾਈ ਦੇ ਰਹੇ ਸਨ ਜੋ ਅੱਗੇ ਪਿੱਛੇ ਅੱਖਾਂ ਨਾਲ ਭਰੇ ਪਏ ਸਨ ਯਾਨੀ ਇਹ ਬੜੀ ਹਾਇਰ ਰੈਂਕ ਦੇ ਫਰਿਸ਼ਤੇ ਨੇ ਚੈਰਾਬੀਮਸ ਹੈ ਨਾ ਸੋ ਇਹ ਤੇ ਜਿਹੜੇ 24 ਬਜ਼ੁਰਗ ਨੇ ਉਹ ਮਿਲ ਕੇ ਜਿਹੜੇ ਨੇ ਪਰਮੇਸ਼ਵਰ ਨੂੰ ਉਹ ਮੱਥਾ ਟੇਕਦੇ ਨੇ ਇਹ 4 ਦੀ 10 ਪੜ੍ਹ ਦਿਓ ਇਸੇ ਦੀ ਤੇ ਆਪਣੇ ਜਿਹੜੇ ਮੁਖਟ ਨੇ ਤਾਜ ਨੇ ਉਹ ਉਹਨਾਂ ਦੇ ਉਹਦੇ ਚਰਨਾਂ 'ਚ ਰੱਖਣੇ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਇਹ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ ਦੇ ਵਿੱਚ ਕਈ ਬਿਆਨ ਯਿਸੂ ਦੀ ਵੀ ਨੇ ਕਈ ਬਿਆਨ ਜਿਹੜੇ ਨੇ ਉਹ ਪਿਤਾ ਦੇ ਨੇ ਠੀਕ ਹੈ ਯਿਸੂ ਪਿਤਾ ਦੇ ਨਾਲ ਹੀ ਹੈ ਠੀਕ ਹੈ ਇਸ ਲਈ ਇਹ ਥੋੜ੍ਹਾ ਜਿਹਾ ਇਹ ਪੜ੍ਹ ਦਿਓ ਤਾਂ ਫਿਰ ਇੱਕ ਵਰਸ ਹੋਰ ਤਾਂ ਕਿ ਅਸੀਂ ਕਲੀਅਰ ਕਰ ਲਈਏ ਕਿ ਦੋਵਾਂ ਲਈ ਇਹ ਜਿਹੜੇ ਨੇ ਇਹ ਸਾਰੇ ਕੰਮ ਹੁੰਦੇ ਸਨ ਜੀ 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 ਹਾਂਜੀ 4 ਦੀ 6 ਹੈ ਜੀ ਹਾਂਜੀ ਪ੍ਰਕਾਸ਼ ਦੀ ਪੋਥੀ ਦਾ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ ਚੌਥੇ ਦੀ 6 ਦੇ ਵਿੱਚ ਲਿਖਿਆ ਹੈ ਇਸੇ ਤਰ੍ਹਾਂ ਤਖਤ ਦੇ ਇਹ ਤਾਂ ਪੜ੍ਹ ਲਿਆ ਜੀ 4 ਦੀ 6 ਪੜ੍ਹ ਲਈ ਹਾਂ ਤੇ ਫਿਰ ਇੰਜ ਕਰੋ ਰੈਵਲੇਸ਼ਨ 5 ਦੀ 8 ਪੜ੍ਹ ਦਿਓ ਸੌਰੀ ਹਾਂਜੀ 8 ਤੇ 9 5 ਦੀ 8 ਤੇ ਅਸੀਂ ਇਹ ਦੇਖ ਰਹੇ ਹਾਂ ਕਿ ਖੁਦਾ ਬਾਪ ਖੁਦਾ ਬੇਟੇ ਦੀ ਗੱਲ ਹੋ ਰਹੀ ਹੈ ਸੋ ਬਾਅਦ ਜਗ੍ਹਾ ਉਹਦਾ ਨਾਂ ਆ ਰਿਹਾ ਉਹ ਵੀ ਨਾਲ ਹੀ ਹੈ ਜੀ ਹਾਂਜੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ 5 ਦੀ 8 ਤੇ 9 ਵਿੱਚ ਲਿਖਿਆ ਹੈ ਜੀ ਜਦੋਂ ਮੇਮਨੇ ਨੇ ਉਹ ਪੋਥੀ ਲੈ ਲਈ ਤਾਂ ਚਾਰੇ ਜਾਨਦਾਰ ਅਤੇ 24 ਬਜ਼ੁਰਗਾਂ ਨੇ ਧਰਤੀ ਦੇ ਮੂੰਹ ਪਰ ਡਿੱਗ ਕੇ ਮੇਮਨੇ ਨੂੰ ਪ੍ਰਣਾਮ ਕੀਤਾ ਉਹਨਾਂ ਸਭ ਨੇ ਹੱਥਾਂ ਵਿੱਚ ਇੱਕ ਸਿਤਾਰ ਵਰਗਾ ਸਾਜ਼ ਅਤੇ ਧੂਪਦਾਨ ਭਰੇ ਹੋਏ ਕਟੋਰੇ ਸਨ ਉਹ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਹਨ ਉਹ ਨਵਾਂ ਭਜਨ ਗਾ ਰਹੇ ਸਨ ਤੂੰ ਪੁਸਤਕ ਨੂੰ ਖੋਲ੍ਹਣ ਅਤੇ ਸੀਲਾਂ ਨੂੰ ਤੋੜਨ ਦੇ ਯੋਗ ਹੈ ਇਹ ਪ੍ਰਭੂ ਯਿਸੂ ਦੇ ਮੁਤਲਕ ਕਹਿ ਰਹੇ ਨੇ ਹਾਲੇਲੂਇਆ ਕਿਉਂਕਿ ਤੂੰ ਕਤਲ ਕੀਤਾ ਗਿਆ ਸੀ ਤੂੰ ਆਪਣੇ ਮੌਤ ਦੇ ਦੁਆਰਾ ਪਰਮੇਸ਼ਵਰ ਦੇ ਲਈ ਹਰ ਕਬੀਲੇ ਬੋਲੀ ਅਤੇ ਕੌਮ ਦੇ ਮਨੁੱਖ ਖਰੀਦੇ ਹਨ ਇਹ ਜਦੋਂ ਨਾ 14ਵੀਂ ਆਇਤ ਵਿੱਚ ਅਸੀਂ ਦੇਖਦੇ ਹਾਂ ਜਦੋਂ ਇਹਨੇ ਪੋਥੀ ਖੋਲ੍ਹੀ ਨਾ ਇਸੇ ਚੈਪਟਰ ਵਿੱਚ ਉਹ ਪੋਥੀ ਜਿਹੜੀ ਪਿਤਾ ਪਰਮੇਸ਼ਵਰ ਕੋਲ ਲੈ ਕੇ ਜਿਹੜੀ ਅੰਦਰੋਂ ਬਾਹਰੋਂ ਲਿਖੀ 7 ਮੋਹਰਾਂ ਸਨ ਤੇ ਜਦੋਂ ਉਹਨੇ ਪਹਿਲੀ ਮੋਹਰ ਖੋਲ੍ਹੀ ਹੈ ਤੇ ਉਦੋਂ ਵੀ 14ਵੀਂ ਆਇਤ ਵਿੱਚ ਵੀ ਦੇਖ ਲਓ ਕਿਉਂਕਿ ਹੁਣ ਤੁਸੀਂ 7 ਤੋਂ 9 ਪੜ੍ਹੀ ਹੋ ਨਾ 14ਵੀਂ ਵੀ ਦੇਖ ਲਓ ਹਾਂਜੀ ਓਕੇ 14ਵੀਂ ਵਿੱਚ ਆਪਣੇ 5 ਦੀ 14 ਰੈਵਲੇਸ਼ਨ ਚੈਪਟਰ 5 ਵਰਸ 14 ਹਾਂਜੀ ਉਹਦੇ ਵਿੱਚ ਲਿਖਿਆ ਹੈ ਰੈਵਲੇਸ਼ਨ ਵਰਸ 5 ਵਰਸ 14 ਦੇ ਵਿੱਚ ਲਿਖਿਆ ਹੈ ਇਸੇ ਦੇ ਚਾਰੇ ਜਾਨਦਾਰਾਂ ਨੇ ਕਿਹਾ ਆਮੀਨ ਆਮੀਨ ਅਤੇ ਬਜ਼ੁਰਗਾਂ ਨੇ ਧਰਤੀ ਦੇ ਮੂੰਹ ਪਰ ਡਿੱਗ ਕੇ ਪ੍ਰਣਾਮ ਕੀਤਾ ਸੋ ਇਹ ਅਸੀਂ ਇਹ ਦੇਖ ਰਹੇ ਹਾਂ ਪਿਤਾ ਤੇ ਪੁੱਤਰ ਨੂੰ ਹੀ ਮੱਥਾ ਟੇਕਿਆ ਜਾ ਰਿਹਾ ਠੀਕ ਹੈ ਇਹ ਗੱਲ ਹੋ ਰਹੀ ਅੱਛਾ ਹੁਣ ਨਾ ਇਹ ਜਦੋਂ 7ਵਾਂ ਨਰਸਿੰਘਾ ਫੂਕਿਆ ਗਿਆ ਸੀ ਉਹਦੀ ਵੀ ਸਟੱਡੀ ਕੀਤੀ ਹੈ ਤੇ ਉਦੋਂ ਦੱਸਿਆ ਹੈ ਕਿ ਇਹਨਾਂ ਦੁਨੀਆ ਦੀ ਜਿਹੜੀਆਂ ਰਾਜ ਨੇ ਬਾਦਸ਼ਾਹੀਆਂ ਜਿਹੜੀਆਂ ਨੇ ਕਿੰਗਡਮਸ ਉਹ ਖੁਦਾ ਤੇ ਉਹਦੇ ਮਸੀਹ ਜਿਹੜਾ ਉਹਦਾ ਖਲੋਤਾ ਪੁੱਤਰ ਹੈ ਉਹਦੇ 'ਚ ਉਹ ਬਦਲ ਗਈਆਂ ਯਾਨੀ ਫਿਰ 1000 ਸਾਲਾ ਬਾਦਸ਼ਾਹੀ ਤੇ
11 ਦੀ ਫਿਰ ਦੇਖ ਲਓ, ਇਹ ਬਜ਼ੁਰਗਾਂ ਨੇ ਗੱਲ ਹੋ ਰਹੀ ਹੈ ਕਿ ਜਦੋਂ 7ਵੇਂ ਨਰਸਿੰਘੇ ਦੇ ਇਹ ਐਲਾਨ ਹੋ ਗਿਆ ਕਿ ਲੋ ਜੀ ਕੰਮ ਹੋ ਗਿਆ, ਮੀਨਸ ਹਾਲਾ ਹੋਏਗਾ। ਤੇ ਉਹ ਰੈਵਲੇਸ਼ਨ 11 ਦੀ 15 ਤੇ 16 ਤੇ ਤੁਸੀਂ ਫਿਰ ਇੱਕ ਵਾਰੀ ਪੜ੍ਹੋ ਕਿ ਫਿਰ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਮੱਥਾ ਟੇਕਿਆ ਜੀ। ਹਾਂਜੀ, ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 11 ਦੀ 15 ਤੇ 16 ਵਿੱਚ ਲਿਖਿਆ ਹੈ, 7ਵੇਂ ਸਵਰਗਦੂਤ ਨੇ ਬਿਗਲ ਵਜਾਇਆ ਤਾਂ ਸਵਰਗ ਤੋਂ ਬਹੁਤ ਸਾਰੀਆਂ ਆਵਾਜ਼ਾਂ ਇਹ ਕਹਿੰਦੀਆਂ ਹੋਈਆਂ ਆਈਆਂ, ਹੁਣ ਕੁੱਲ ਸੰਸਾਰ ਦਾ ਰਾਜ ਸਾਡੇ ਪ੍ਰਭੂ ਅਤੇ ਉਸ ਦੇ ਮਸੀਹ ਦਾ ਹੈ, ਉਹ ਅਨੰਤ ਕਾਲ ਤੱਕ ਰਾਜ ਕਰੇਗਾ। ਤਦ 24 ਬਜ਼ੁਰਗਾਂ ਨੇ ਆਪਣੇ ਤਖਤਾਂ ਤੇ ਪਰਮੇਸ਼ਵਰ ਦੇ ਸਾਹਮਣੇ ਬੈਠੇ ਸਨ, ਧਰਤੀ ਦੇ ਮੂੰਹ ਪਰ ਡਿੱਗ ਕੇ ਪਰਮੇਸ਼ਵਰ ਨੂੰ ਪ੍ਰਣਾਮ ਕੀਤਾ। ਸੋ ਇਹ ਜਲਾਲ ਖੁਦਾ ਨੂੰ ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਅੱਗੇ 1000 ਸਾਲਾਂ ਮਨੀਲੀਅਮ ਕਿੰਗਡਮ ਆਫ ਹੈਵਨ ਦੀ ਗੱਲ ਹੋ ਰਹੀ ਹੈ, ਉਹਦਾ ਇੱਕ ਅਹਿਮ ਹਿੱਸਾ ਹੋਏਗਾ। ਜਦੋਂ ਯਿਸੂ ਨੇ ਆ ਜਾਣਾ ਹੈ, ਉਹਦੇ ਕੋਲ ਆਪਣਾ ਇੱਕ ਥਰੋਨ ਹੋਣਾ ਹੈ, ਹਾਲਾਂਕਿ ਪਿਤਾ ਦਾ ਸ਼ੇਅਰ ਕਰ ਰਿਹਾ ਹੈ, ਔਰ ਉਹਦੇ ਬਾਅਦ ਜੈਸੇ ਕਿ ਡੈਨੀਅਲ 3 ਚੈਪਟਰ ਉਹਦੀ 9ਵੀਂ 13ਵੀਂ 14ਵੀਂ ਆਇਤ ਤੇ ਦੇਖਿਆ ਕਿ 9ਵੀਂ ਤੇ 10ਵੀਂ 'ਚ ਪਿਤਾ ਵੇ ਪ੍ਰਾਚੀਨ ਜਾਂ ਐਂਸ਼ੀਐਂਟ, ਤੇ ਅੱਗੇ ਕੀ ਦੱਸਿਆ ਸੀ 13 ਤੇ 14 ਦੇ ਵਿੱਚ ਡੈਨੀਅਲ ਕਹਿ ਰਿਹਾ ਮੈਂ ਮਨੁੱਖ ਵਰਗਾ ਇੱਕ ਵੇਖਿਆ, ਕਿਉਂਕਿ ਜਦੋਂ ਵੀ ਪ੍ਰਭੂ ਯਿਸੂ ਮਸੀਹ ਨੇ ਧਰਤੀ 'ਤੇ ਕੰਮ ਕਰਨਾ ਹੈ, ਉਹਦਾ ਨਾਂ ਆਦਮਜ਼ਾਤ ਜਾਂ ਮਨੁੱਖ ਕਰਕੇ ਯੂਜ਼ ਹੋਇਆ, ਕਿਉਂਕਿ ਉਹਨੇ ਪਰਮੇਸ਼ਵਰ ਦੇ ਪੁੱਤਰ ਦੇ ਤੌਰ 'ਤੇ ਨਹੀਂ ਇਹ ਖਿਦਮਤ ਕੀਤੀ, ਬਲਕਿ ਇੱਕ ਮਨੁੱਖ, ਪਹਿਲਾ ਆਦਮ ਨੇ ਗੁਨਾਹ ਕੀਤਾ, ਦੂਸਰਾ ਆਦਮ ਆਇਆ। ਸੋ ਉਹ ਉਦੋਂ ਫਿਰ ਉਹਨੂੰ 1000 ਸਾਲਾਂ ਬਾਦਸ਼ਾਹੀ ਲਈ ਤੱਕ ਮਿਲ ਰਿਹਾ। ਉਹ ਲਫ਼ਜ਼ ਇੱਥੇ ਆਮੀਨ ਦਾ ਮਤਲਬ ਕਿ ਪਿਛਲੀ ਵਾਰੀ ਤੁਸੀਂ ਦੱਸਿਆ ਸੀ ਐਵੇਂ ਹੀ ਹੋ ਹੈ, ਆਮੀਨ ਕਿ ਅਸੀਂ ਸਹਿਮਤ ਹਾਂ, ਯਾਨੀ ਇਹ ਇੱਕ ਐਗਰੀਮੈਂਟ ਨੂੰ ਜ਼ਾਹਿਰ ਕਰਦਾ ਹੈ ਕਿ ਇੱਕ ਬੰਦਾ ਦੁਆ ਕਰ ਰਿਹਾ, ਅਸੀਂ ਉਹਦੇ ਨਾਲ ਸਹਿਮਤ ਹਾਂ, ਹਾਂਜੀ ਜੋ ਕੁਝ ਵੀ ਹੈ ਅਸੀਂ ਇਸ ਐਗਰੀਮੈਂਟ ਦਾ ਹਿੱਸਾ ਹੈਗੇ ਹਾਂ। ਸੋ ਹਾਲੇਲੂਇਆ ਦਾ ਕੀ ਸੀ? ਹਾਲੇਲੂਇਆ ਪਰਮੇਸ਼ਵਰ ਦੀ ਪ੍ਰੇਜ਼ ਦਾ ਲਾਰਡ, ਪਰਮੇਸ਼ਵਰ ਦੀ ਵਡਿਆਈ। ਇਹ ਬਜ਼ੁਰਗ ਤੇ ਜਾਨਦਾਰ ਜਿਹੜੇ ਨੇ ਉਹੀ ਭੀੜ ਜਿਹੜੀ ਅਸੀਂ ਦੇਖਿਆ ਹੈ, ਜਿਹਦੇ 'ਚ 1,44,000 ਯਹੂਦੀ ਵੀ, ਤੇ ਉਹ ਲੋਕ ਜਿਹੜੇ ਟ੍ਰਿਬੂਲੇਸ਼ਨ ਤੋਂ ਪਹਿਲੇ ਰੈਪਚਰ ਹੋਏ ਤੇ ਜਾਂ ਟ੍ਰਿਬੂਲੇਸ਼ਨ ਦੇ ਵਿੱਚ ਸ਼ਹਾਦਤੀਆਂ ਦੇ ਕੇ ਆਏ ਨੇ, ਉਹ ਸਾਰੇ ਜਿਹੜੇ ਨੇ ਨਾ ਇਸ ਦੇ ਵਿੱਚ ਸ਼ਾਮਲ ਹੋ ਕੇ ਉਹਦੀ ਵਰਸ਼ਿਪ ਕਰ ਰਹੇ ਨੇ। ਇਹਦੇ 'ਚ ਕੋਈ ਸਵਾਲ ਨਹੀਂ? ਅੱਛਾ, ਆਪਾਂ ਠੀਕ ਹੈ। ਸੋ ਇਹ ਬਾਈਬਲ ਦੇ ਵਿੱਚ ਹੁਣ ਬਾਜ਼ਕਤ ਅਸੀਂ ਕਹਿੰਦੇ ਹਾਂ ਇਹ ਤੇ ਚੀਜ਼ਾਂ ਪਹਿਲੇ ਵੀ ਦੱਸੀਆਂ ਨੇ। ਸੋ ਪ੍ਰੋਫਸੀਜ਼ ਜਿਹੜੀਆਂ ਨੇ ਉਹ 2-3 ਵਾਰੀ ਰਿਪੀਟ ਹੁੰਦੀਆਂ ਨੇ, ਇਹ ਯਾਦ ਰੱਖਣਾ ਚਾਹੀਦਾ। ਇਹ ਨਹੀਂ ਜੇ ਇੱਕ ਵਾਰੀ ਪ੍ਰੋਫਸੀ ਉਹ ਹੋਈ ਫਿਰ ਵੀ ਦੁਬਾਰਾ ਮਤਲਬ ਡਬਲ ਜਾਂ ਟ੍ਰਿਪਲ ਦਫਾ ਵੀ, ਤੀਸਰੀ ਦਫਾ ਵੀ ਉਹ ਅੱਗੇ ਚੱਲਦੀਆਂ ਨੇ। ਸੋ ਇਸ ਲਈ ਇਹ ਪ੍ਰੋਫਸੀ ਦੇ ਮੁਤਲਕ ਅਸੀਂ ਸਟੱਡੀ ਕੀਤੀ ਹੈ, ਤੇ ਇਹ ਨਹੀਂ ਜੇ ਉੱਥੇ ਹੋ ਗਿਆ ਤੇ ਹੋ ਗਿਆ, ਨਹੀਂ, ਇਹ ਗਾਂ ਇਹ ਸਾਰਾ ਕੁਝ ਹਾਲਾ ਅਸੀਂ ਤੇ ਹਾਲਾ ਰੈਪਚਰ ਵੀ ਨਹੀਂ ਹੋਇਆ, ਲੇਕਿਨ ਇਹ ਚੀਜ਼ਾਂ ਪਹਿਲੇ ਹੀ ਦੱਸੀਆਂ ਜਾਣੀਆਂ। ਤੇ ਐਪੋਕਲਿਪਸਿਸ ਆਪਾਂ ਦੇਖਿਆ ਸੀ ਨਾ, ਐਪੋਕਲਿਪਸਿਸ ਪ੍ਰਕਾਸ਼ ਦੀ ਪੋਥੀ ਦਾ ਮਤਲਬ ਇਹ ਵੇ, ਇਹ ਉਹ ਹਿਸਟਰੀ ਹੈ, ਇਤਿਹਾਸ ਤੇ ਜਦੋਂ ਕੋਈ ਚੀਜ਼ ਹੋ ਜਾਂਦੀ ਫਿਰ ਲਿਖਿਆ ਜਾਂਦਾ ਹੈ, ਲੇਕਿਨ ਇਹ ਉਹ ਹਿਸਟਰੀ ਹੈ ਜਿਹੜੀ ਪਹਿਲੇ ਲਿਖੀ ਗਈ। ਯਾਨੀ ਕਿ ਐਪੋਕਲਿਪਸਿਸ ਦਾ ਮਤਲਬ ਹੈ ਕਿ ਜਿਹੜੀਆਂ ਚੀਜ਼ਾਂ ਰੱਬ ਨੇ ਪਹਿਲੇ ਹੀ ਸੈੱਟ ਕਰ ਦਿੱਤੀਆਂ ਨੇ, ਉਹਦੇ ਉੱਤੇ ਪਰਦਾ ਪਿਆ, ਉਹ ਪਰਦਾ ਚੁੱਕ ਦੇਣਾ, ਬੁਰਖਾ ਚੁੱਕ ਦੇਣਾ, ਉਹਨੂੰ ਨੰਗਿਆ ਕੀਤਾ ਜਾ ਰਿਹਾ ਹੈ, ਤੇ ਤਾਂ ਕਿ ਸਾਰੇ ਉਹਨੂੰ ਵੇਖ ਸਕਣ। ਸੋ ਇਹ ਇੱਕ ਗੱਲ ਹੈ। ਸੋ ਇਸ ਲਈ ਇਹ ਬਹੁਤ ਹੀ ਪਹਿਲੇ 96 AD ਦੇ ਵਿੱਚ ਇਹ ਚੀਜ਼ਾਂ ਨੇ, ਹਾਲਾਂਕਿ ਪੂਰੀਆਂ ਹੋਣ ਨਹੀਂ ਨੇ। ਸੋ ਅਸੀਂ ਬਾਜ਼ ਕਰ ਸੋਚਦੇ ਹਾਂ ਇਹ ਤੇ ਜੀ ਪਹਿਲੇ ਵੀ ਇਹ ਨਾਰੇ ਲੱਗ ਰਹੇ ਨੇ, ਇਹਦਾ ਮਤਲਬ ਹੈ ਕੰਮ ਨੇੜੇ ਨੇੜੇ ਆ ਰਿਹਾ। ਠੀਕ ਹੈ, ਹਾਂਜੀ, ਹਾਲੇ ਇੱਥੇ ਫਿਨਿਸ਼ ਕਰੀਏ ਜੀ। ਹਾਂ ਜੀ, ਸਵਾਲ ਨਹੀਂ, ਤੇ ਫਿਰ ਉਹ ਅਗਲੀ ਵਾਰ ਮੇਰੇ ਖਿਆਲ ਫਿਰ ਉਹ ਕਵਰ ਨਹੀਂ ਹੋਣ ਲੱਗੀ।
ਹਾਂ So next ਨੈਕਸਟ ਟਾਈਮ ਸੇ ਸੋ ਕਿਹੜੀ ਵਰਸ ਮੁਕਾਈ ਹੈ ਅੱਜ ਕਿਹੜੀ ਆਪਾਂ ਜੀ ਪ੍ਰਕਾਸ਼ ਦੀ ਪੋਥੀ ਮੁਕਾਸ਼ਬਾ ਬੁੱਕ ਆਫ ਰੈਵਲੇਸ਼ਨ ਤੀਸਰੀ ਚੌਥੀ 19 ਦੀ ਹਾਂਜੀ ਤੀਸਰੀ ਤੇ ਚੌਥੀ ਕੀਤੀ ਹੈ ਤੇ ਪੰਜਵੀਂ ਹਾਂਜੀ ਪੰਜਵੀਂ ਕਿ ਨਹੀਂ ਤੀਸਰੀ ਚੌਥੀ ਕੀਤੀ ਤੀਸਰੀ ਚੌਥੀ ਕੀਤੀ ਠੀਕ ਹਾਂ ਤੀਸਰੀ ਚੌਥੀ ਕੀਤੀ ਹੈ ਪੰਜਵੀਂ ਅਗਲੀ ਵਾਰੀ ਕਰਾਂਗੇ ਅਗਲੀ ਹਾਂ ਹਾਂ ਚਲੋ ਥੈਂਕ ਯੂ ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਇਸ ਪਵਿੱਤਰ ਬਚਨ ਦੇ ਲਈ ਜੋ ਕੁਝ ਵੀ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ ਜੋ ਆਪਨੇ ਸਾਡੇ ਨਾਲ ਗੱਲਬਾਤ ਕੀਤੀ ਉਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਰਹੂ ਨਾਲ ਢੱਕਦੇ ਹਾਂ ਸੀਲ ਕਰਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ ਔਰ ਇਹ ਵਚਨ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ ਔਰ ਇਹ ਕੰਮ ਕਰੇ ਔਰ ਬਹੁਤ ਸਾਰਾ ਫਲ ਲੈ ਕੇ ਆਵੇ ਔਰ ਆਪ ਦੇ ਰਾਜ ਦੇ ਲਈ ਵੱਧ ਤੋਂ ਵੱਧ ਇਸਤੇਮਾਲ ਹੋਵੇ ਪਰਮੇਸ਼ਰ ਪਿਤਾ ਔਰ ਇਸ ਵਚਨ ਨੂੰ ਸੰਭਾਲਿਆ ਜਾਏ ਔਰ ਪਰਮੇਸ਼ਰ ਪਿਤਾ ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ।